ਕਬਾਇਲੀਆਂ ਵੱਲੋਂ ਕੀਤੀ ਗਈ ਇਸ ਕਤਲੋਗਾਰਤ ਵਿੱਚ ਅੱਗਾਂ, ਲੁੱਟਮਾਰ, ਇਸਤਰੀਆਂ ਦੀ ਬੇਪਤੀ ਅਤੇ ਉਹਨਾਂ ਦਾ ਅਗਵਾ ਕਰਨਾ ਸ਼ਾਮਿਲ ਸੀ। ਇਸ ਘੱਲੂਘਾਰੇ ਵਿੱਚ 20,000 ਤੋਂ ਲੈ ਕੇ 33,000 ਸਿੱਖ ਮਰਦ, ਇਸਤਰੀਆਂ ਤੇ ਬੱਚਿਆਂ ਨੇ ਸ਼ਹੀਦੀਆਂ ਪਾਈਆਂ। 1980 ਈਸਵੀ ਵਿੱਚ ਮੌਖਿਕ ਸਰੋਤਾਂ ਰਾਹੀਂ ਕੁਝ ਰਿਕਾਰਡ ਇਸ ਘਟਨਾਕ੍ਰਮ ਬਾਰੇ ਕੇਵਲ ਬਾਰਾਮੂਲਾ ਜ਼ਿਲ੍ਹੇ ਦਾ ਇਕੱਠਾ ਕੀਤਾ ਗਿਆ ਸੀ ਅਤੇ ਇਸ ਰਿਕਾਰਡ ਦੀ ਤਸਦੀਕ ਪਿੰਡ ਦੇ ਬਜ਼ੁਰਗਾਂ ਨੇ ਕੀਤੀ ਸੀ ਜੋ ਆਪ ਦੇ ਰੂਪ ਪਿੰਡ ਖਾਤਨਿਆਰ 7 ਕੱਤਕ ਸੰਮਤ 2004 ਨੂੰ ਇਸ ਪਿੰਡ ਦੇ ਬਹੁਤ ਸਾਰੇ ਸਿੱਖ ਪਰਿਵਾਰਾਂ ਸਮੇਤ ਸ਼੍ਰੀਨਗਰ ਅਤੇ ਛਾਮਾ ਨੂੰ ਚਲੇ ਗਏ ਸਨ। ਕੁਝ ਸਿੰਘ ਇੱਥੇ ਹੀ ਠਹਿਰ ਗਏ ਜੋ ਬਾਅਦ ਦੇ ਵਿੱਚ ਸ਼ਹੀਦ ਕੀਤੇ ਗਏ। 11 ਕੱਤਕ ਨੂੰ ਬਾਰਾਮੂਲਾ ਦੁਸ਼ਮਣ ਦੇ ਕਬਜ਼ੇ ਵਿੱਚ ਆ ਚੁੱਕਾ ਸੀ ਅਤੇ ਪਿੰਡ ਵਿੱਚ ਆ ਕੇ ਦੁਸ਼ਮਣਾਂ ਨੇ ਤਕਰੀਬਨ 15 ਸਿੱਖ ਮਰਦ ਅਤੇ ਇਸਤਰੀਆਂ ਨੂੰ ਸ਼ਹੀਦ ਕਰ ਦਿੱਤਾ। ਸਰਦਾਰ ਮਹੀਆ ਸਿੰਘ ਦੇ ਪਰਿਵਾਰ ਨੂੰ ਜਦੋਂ ਹਮਲੇ ਦੀ ਖਬਰ ਪਿੰਡ ਵਿੱਚ ਪੁੱਜੀ ਤਾਂ ਉਹ ਆਪਣੇ ਪਰਿਵਾਰ ਦੇ 8 ਜੀਆਂ ਨਾਲ ਨੇੜੇ ਦੇ ਖੋੜੀਆਂ ਵਾਲੇ ਜੰਗਲ ਖਾਤਨਿਆਰ ਵਿੱਚ ਛੁਪ ਗਏ। ਸਰਦਾਰ ਮਹੀਆ ਸਿੰਘ ਕਈ ਦਿਨ ਆਪਣੇ ਪਰਿਵਾਰ ਦੀ ਰਾਖੀ ਕਰਦਾ ਰਿਹਾ। ਮੁਕਾਮੀ ਮੁਸਲਮਾਨਾਂ ਨੇ ਧਰਮ ਪਰਿਵਰਤਨ ਲਈ ਵੀ ਕਿਹਾ, ਪਰ ਸਰਦਾਰ ਮਹੀਆ ਸਿੰਘ ਆਪ ਅਤੇ ਪਰਿਵਾਰ ਸਮੇਤ ਆਪਣੇ ਧਰਮ ਤੇ ਕਾਇਮ ਰਹਿਣ ਦਾ ਪੱਕਾ ਇਰਾਦਾ ਕਰ ਚੁੱਕਾ ਸੀ। ਦੁਸ਼ਮਣਾਂ ਨੇ ਅਖੀਰ ਸਰਦਾਰ ਮਹੀਆ ਸਿੰਘ ਅਤੇ ਪਰਿਵਾਰ ਦੇ ਜੀਆਂ ਨੂੰ ਹੌਲੀ-ਹੌਲੀ ਸ਼ਹੀਦ ਕਰ ਦਿੱਤਾ। ਇਹਨਾਂ ਨੂੰ ਸ਼ਹੀਦ ਕਰਨ ਵਾਲਾ ਮੁਸਲਮਾਨ ਅਜ਼ੀਜ਼ ਪਿੰਡ ਖਾਤਨਿਆਰ ਦਾ ਹੀ ਰਹਿਣ ਵਾਲਾ ਸੀ। ਉਸਨੇ ਆਪਣੇ ਨਾਲ ਕਈ ਬੰਦੇ ਰੱਖੇ ਹੋਏ ਸਨ। ਇਹ ਅਜ਼ੀਜ਼ ਤਰਖਾਣੀ ਦਾ ਕੰਮ ਕਰਦਾ ਸੀ। ਇਸਨੇ ਕਈ ਦਿਨ ਸਰਦਾਰ ਮਹੀਆ ਸਿੰਘ ਦਾ ਪਿੱਛਾ ਕੀਤਾ ਅਤੇ ਅੰਤ ਨੂੰ ਉਹਨਾਂ ਨੂੰ ਸ਼ਹੀਦ। ਪਿੰਡ ਸ਼ਾਲਪੁਰਾ। ਇਹ ਪਿੰਡ ਸ਼ਾਲਪੁਰਾ ਸਿੱਖਾਂ ਦਾ ਇੱਕ ਛੋਟਾ ਜਿਹਾ ਪਿੰਡ ਹੈ। ਪਹਿਲਾਂ ਇਹ ਬਾਰਾਮੂਲਾ ਜ਼ਿਲ੍ਹੇ ਦੇ ਵਿੱਚ ਸੀ, ਪਰ ਹੁਣ ਇਹ ਜ਼ਿਲ੍ਹਾ ਕੁਪਵਾੜਾ ਦੇ ਵਿੱਚ ਹੈ। ਇੱਥੇ 1947 ਤੋਂ ਪਹਿਲਾਂ ਸਿੱਖਾਂ ਦੀ ਵਸੋਂ ਤਕਰੀਬਨ 100 ਤੋਂ ਵੀ ਵੱਧ ਸੀ। 13 ਕੱਤਕ ਸੰਮਤ 2004 ਨੂੰ ਨੇੜਲੇ ਪਿੰਡ ਦਿਦਾਰਪੁਰੇ ਦੇ ਸਿੱਖ ਆਪਣੇ ਘਰ ਕਾਟ ਛੱਡ ਕੇ ਤੁਰ ਪਏ ਅਤੇ ਫਿਰ ਦਿਦਾਰਪੁਰੇ ਵਾਲੇ ਕਾਫਲੇ ਨਾਲ ਪੋਰੂ ਨਾਲਾ ਪਾਰ ਕਰਕੇ ਚੋਗਲ ਵਾਲੀ ਪਹਾੜੀ ਤੇ ਚੜ੍ਹ ਗਏ। ਇਸ ਪਹਾੜੀ ਉੱਪਰ ਉਹ ਕਾਫੀ ਦਿਨ ਤੱਕ ਰਹੇ ਅਤੇ ਬੜੀ ਮੁਸ਼ਕਿਲ ਨਾਲ ਦਿਨ ਗੁਜ਼ਾਰਦੇ ਰਹੇ। ਅਖੀਰ ਭਾਰਤੀ ਆਰਮੀ ਆਈ ਤਾਂ ਉਹਨਾਂ ਨੂੰ ਪਹਾੜੀ ਤੋਂ ਉਤਾਰ ਕੇ ਸੋਪਰ ਲੈ ਗਈ ਅਤੇ ਫਿਰ ਸਿੱਖ ਸ਼੍ਰੀਨਗਰ ਤੇ ਬਾਰਾਮੂਲਾ ਆਦਿ ਥਾਵਾਂ ਤੇ। ਪਿੰਡ ਦਿਦਾਰਪੁਰਾ। ਇੱਥੇ ਸਿੱਖਾਂ ਦੀ ਵਸੋਂ 1947 ਵਿੱਚ ਕਈ ਸੈਂਕੜੇ ਸੀ। 13 ਕੱਤਕ ਸੰਮਤ 2004 ਨੂੰ ਕਬਾਇਲੀਆਂ ਦੇ ਹਮਲੇ ਦੀ ਖਬਰ ਸੁਣ ਕੇ ਸਿੱਖ ਆਪਣੇ ਘਰ ਕਾਟ ਛੱਡ ਕੇ ਹੰਦਵਾੜੇ ਤੋਂ ਹੁੰਦੇ ਹੋਏ ਜੰਗਲ ਵਿੱਚ ਪਿੰਡ ਨੇੜਲੀ ਪਹਾੜੀ ਤੇ ਚੜ੍ਹ ਗਏ। ਇੱਥੋਂ ਦੀ ਨੇੜਲੀ ਬਸਤੀ ਵਿੱਚ ਮੁਸਲਮਾਨ ਬੱਚਿਆਂ ਅਤੇ ਬੀਬੀਆਂ ਲਈ ਅੰਨ ਪਾਣੀ ਪਹੁੰਚਾਉਂਦੇ ਰਹੇ। ਕੁਝ ਦਿਨਾਂ ਬਾਅਦ ਦੁਸ਼ਮਣਾਂ ਨੇ ਹਮਲਾ ਤਿਆਰ ਕੀਤਾ ਅਤੇ ਸਿੱਖਾਂ ਕੋਲ ਕੋਈ ਜੰਗੀ ਸਮਾਨ ਨਹੀਂ ਸੀ, ਪਰ ਸਿੱਖ ਤਿਆਰ ਹੋ ਕੇ ਮੁਕਾਬਲਾ ਕਰਦੇ ਰਹੇ। ਦੁਸ਼ਮਣ ਆਪਣੇ ਆਪ ਨੂੰ ਕਮਜ਼ੋਰ ਸਮਝ ਕੇ ਚਲਾ ਗਿਆ। ਜਦ ਹਿੰਦੁਸਤਾਨ ਦੀ ਫੌਜ ਆਈ ਤਾਂ ਸਾਰਿਆਂ ਸਿੱਖਾਂ ਨੂੰ ਪਰਿਵਾਰਾਂ ਸਮੇਤ ਪਹਾੜੀ ਤੋਂ ਉਤਾਰ ਕੇ ਬਾਰਾਮੂਲਾ ਸੋਪਰ ਲੈ ਗਏ, ਜਿੱਥੇ ਰਾਸ਼ਨ ਪਾਣੀ ਦਿੱਤਾ ਗਿਆ। ਉਧਰ ਦਿਦਾਰਪੁਰਾ ਪਿੰਡ ਨੂੰ ਮੁਕਾਮੀ ਲੋਕਾਂ ਨੇ ਲੁੱਟ ਕੇ ਅੱਗਾਂ ਲਗਾ ਦਿੱਤੀਆਂ। ਕੁਝ ਸਿੰਘ ਜੋ ਪਿੰਡ ਵਿੱਚ ਠਹਿਰੇ ਸਨ, ਜਦੋਂ ਕਿ ਮੁਕਾਮੀ ਲੋਕ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰ ਰਹੇ ਸਨ ਤਾਂ ਸਿੱਖਾਂ ਨੇ ਗੁਰਦੁਆਰੇ ਦੀ ਬੇਅਦਬੀ ਰੋਕਣੀ ਚਾਹੀ ਤਾਂ ਉਹਨਾਂ ਨੂੰ ਕਤਲ ਕਰਕੇ ਅੱਗ ਦੇ ਵਿੱਚ ਸੁੱਟ ਦਿੱਤਾ ਗਿਆ। ਪਿੰਡ ਰਾਵਲਪੁਰਾ। ਇਹ ਪਿੰਡ ਵੀ ਹੁਣ ਜ਼ਿਲ੍ਹਾ ਕੁਪਵਾੜਾ ਦੇ ਵਿੱਚ ਆਉਂਦਾ ਹੈ। ਇੱਥੇ 1947 ਤੋਂ ਪਹਿਲਾਂ ਸਿੱਖ ਅਤੇ ਮੁਸਲਮਾਨਾਂ ਦੀ ਕਾਫੀ ਵਸੋਂ ਸੀ। ਜਦੋਂ 12 ਕੱਤਕ ਨੂੰ ਕਬਾਇਲੀਆਂ ਦੇ ਹਮਲੇ ਦੀ ਖਬਰ ਪਿੰਡ ਪੁੱਜੀ ਤਾਂ ਪਿੰਡ ਵਾਸੀਆਂ ਨੇ ਸਤਰਨਾ ਪਿੰਡ ਵੱਲ ਚਾਲੇ ਪਾਏ। ਸਤਰਨੇ ਵਿੱਚ ਇੱਕ ਕਾਫਲੇ ਦੇ ਰੂਪ ਵਿੱਚ ਪਹਿਲਾਂ ਸੋਪਰ ਕਸਬੇ ਅਤੇ ਫਿਰ ਛੂਰੇ ਵਿੱਚ ਪੁੱਜ ਗਏ। ਛੂਰੇ ਵਿੱਚ ਦੁਸ਼ਮਣਾਂ ਅਤੇ ਸਿੱਖਾਂ ਦਾ ਖੂਬ ਮੁਕਾਬਲਾ ਹੋਇਆ। ਇਸ ਪਿੰਡ ਦੇ ਸਿੱਖ ਬਚ ਕੇ ਜੋ ਆਏ ਸਨ, ਉਹਨਾਂ ਨੂੰ ਪਿੰਡ ਵਿੱਚ ਹੀ ਕਬਾਇਲੀਆਂ ਨੇ ਸ਼ਹੀਦ ਕਰ ਦਿੱਤਾ। ਇੱਥੇ ਹੀ ਹਸਨ ਸ਼ਾਹ ਤੇ ਮੁਬਾਰਕ ਸ਼ਾਹ ਨੇ ਬਚੇ ਹੋਏ ਸਿੱਖਾਂ ਦੀ ਮਦਦ ਕੀਤੀ, ਪਰ ਰੂਸੋ ਪਿੰਡ ਦੇ ਗਨੀਡਾਰ ਨੇ ਮੁਸਲਮਾਨਾਂ ਦੀ ਮਦਦ ਨਾਲ ਸਿੱਖਾਂ ਤੇ ਹਮਲਾ ਕੀਤਾ। ਇੱਥੇ ਹੀ ਕਈ ਦਿਨਾਂ ਦੇ ਭੁੱਖੇ ਪਾਣੇ ਪਿਆਸੇ ਤੇ ਜ਼ਖਮੀ ਸਿੱਖ ਸ਼ਹੀਦ ਕੀਤੇ ਗਏ। ਇੱਥੇ ਭਾਵੇਂ ਸਿੱਖਾਂ ਨੇ ਮੁਕਾਬਲਾ ਵੀ ਕੀਤਾ, ਪਰ ਉਹ ਵੱਡੀ ਤਾਦਾਦ ਦੇ ਮੁਗਲਾਂ ਸਾਹਮਣੇ ਕੀ ਕਰ ਸਕਦੇ ਸਨ ਅਤੇ ਅੰਤ ਦੇ ਵਿੱਚ ਉਹ ਵੀ ਸ਼ਹੀਦ ਹੋ ਗਏ। ਇਸ ਪਿੰਡ ਦੇ ਤਕਰੀਬਨ 36 ਸਿੱਖ ਸ਼ਹੀਦ ਹੋਏ। ਜੇਕਰ ਕੋਈ ਸਿੱਖ ਪਿੰਡ ਵਿੱਚ ਬੱਚਾ ਵੀ ਸੀ, ਉਸ ਨੂੰ ਭਾਰਤੀ ਫੌਜਾਂ ਨੇ ਕੱਢ ਕੇ ਬਾਰਾਮੂਲਾ ਪਹੁੰਚਾ ਦਿੱਤਾ। ਪਿੰਡ ਹਰਦੂਚਨਮ। 12 ਕੱਤਕ ਸੰਮਤ 2004 ਨੂੰ ਜਦੋਂ ਸਾਰੇ ਇਲਾਕੇ ਦੇ ਵਿੱਚ ਕਬਾਇਲੀਆਂ ਪਾਕਿਸਤਾਨੀਆਂ ਦਾ ਹਮਲਾ ਹੋਇਆ ਤਾਂ ਲਾਗੇ ਹੀ ਪਿੰਡ ਸਤਰਨਾ ਦੇ ਵਿੱਚ ਸਾਰੇ ਇਲਾਕੇ ਦੇ ਸਿੰਘ ਪਰਿਵਾਰਾਂ ਸਮੇਤ ਥੋੜਾ ਬਹੁਤ ਸਮਾਨ ਚੁੱਕ ਕੇ ਪੁੱਜੇ ਹੋਏ ਸਨ ਅਤੇ ਇਸ ਪਿੰਡ ਦੇ ਸਿੱਖ ਵੀ ਸਤਰਨਾ ਵਾਲੇ ਕਾਫਲੇ ਦੇ ਵਿੱਚ ਸ਼ਾਮਿਲ ਹੋ ਗਏ। ਇੱਥੋਂ ਕਾਫਲਾ 12 ਕੱਤਕ ਸੰਮਤ 2004 ਨੂੰ ਸ਼ਾਮ ਨੂੰ ਤੁਰ ਕੇ ਸਵੇਰ ਸੋਪਰ ਪਹੁੰਚਾ। ਇੱਥੇ ਕੁਝ ਦੇਰ ਕਾਫਲਾ ਠਹਿਰ ਗਿਆ ਸੀ ਤਾਂ ਪੁਲ ਤੋਂ ਪਾਰ ਕਰਾਉਣ ਲਈ ਮੁਲਕੀ ਲੀਡਰਾਂ ਨੇ ਸਿੱਖਾਂ ਕੋਲੋਂ ਹਰ ਇੱਕ ਕਿਸਮ ਦੇ ਹਥਿਆਰ ਜ਼ਬਤ ਕਰ ਲਏ। ਸਿੱਖਾਂ ਦਾ ਕਾਫਲਾ ਨਰਸਰੀ ਦੇ ਵਿੱਚ ਜਮ੍ਹਾਂ ਹੋਇਆ, ਪਰ ਉੱਥੇ ਕਿਸੇ ਨੇ ਸੂਹ ਦਿੱਤੀ ਕਿ ਦੁਸ਼ਮਣ ਆ ਰਿਹਾ ਹੈ
ਤਾਂ ਕਾਫਲਾ ਛੂਰੇ ਵੱਲ ਨੂੰ ਤੁਰ ਪਿਆ। ਛੂਰੇ ਪਿੰਡ ਕੋਲ ਅਜੇ ਕਾਫਲਾ ਪੁੱਜਿਆ ਹੀ ਸੀ ਕਿ ਦੁਸ਼ਮਣ ਆ ਗਿਆ, ਜੋ ਕਿ ਜੀਟੀ ਰੋਡ ਤੇ ਸੀ। ਫਿਰ ਕੀ ਸੀ, ਗੋਲੀ ਚਲੀ ਤਾਂ ਸਿੱਖਾਂ ਨੇ ਵੀ ਆਪਣੇ ਛੋਟੇ-ਮੋਟੇ ਹਥਿਆਰਾਂ ਦੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕੀਤਾ। ਸਾਰਾ ਦਿਨ ਲੜਾਈ ਹੋਈ, ਪਰ ਪਿੱਛੇ ਕਾਂਸਪੁਰੇ ਤੋਂ ਮੋਰਚਾ ਟੁੱਟਣ ਕਾਰਨ ਬਹੁਤ ਸਾਰੀ ਤਾਦਾਦ ਵਿੱਚ ਆ ਕੇ ਦੁਸ਼ਮਣਾਂ ਨੇ ਤੋਪਖਾਨੇ ਅਤੇ ਹੋਰ ਹਥਿਆਰਾਂ ਨਾਲ ਸਿੰਘਾਂ ਤੇ ਹਮਲਾ ਕਰ ਦਿੱਤਾ। ਇਸ ਪਿੰਡ ਦੇ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ 30 ਤੋਂ ਵੀ ਵਧੇਕ ਹੈ। ਪਿੰਡ ਹੱਚੀਪੁਰਾ ਪਿੰਡ ਅੱਜ ਤਹਿਸੀਲ ਸੋਪਰ ਅਤੇ ਬਾਰਾਮੂਲਾ ਜ਼ਿਲ੍ਹੇ ਦੇ ਵਿੱਚ ਹੈ, ਜੋ ਕਿ ਇੱਕ ਸਿੱਖਾਂ ਦਾ ਪਿੰਡ ਹੈ। ਇੱਥੋਂ ਦੀ ਆਬਾਦੀ 1947 ਤੋਂ ਪਹਿਲਾਂ ਕੋਈ 100 ਤੋਂ ਵਧੇਕ ਸੀ। ਦੁਸ਼ਮਣ ਦੇ ਹਮਲੇ ਦੀ ਖਬਰ ਸੁਣਨ ਦੇ ਸਾਰ ਹੀ ਸਾਰਾ ਪਿੰਡ ਸਤਰਨਾ ਦੇ ਕਾਫਲੇ ਦੇ ਵਿੱਚ ਮਿਲ ਗਿਆ, ਜੋ ਉੱਥੋਂ ਫਿਰ ਸੰਮਤ 2004 ਨੂੰ ਤੁਰ ਕੇ ਸੋਪਰ ਅਤੇ ਛੂਰੇ ਨੂੰ ਆ ਗਿਆ। ਬਹੁਤ ਸਿੱਖ ਪੂਰੇ ਵਿੱਚ ਦੁਸ਼ਮਣਾਂ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ। ਕੁਝ ਵਾਪਸ ਆਪਣੇ ਪਿੰਡ ਨੂੰ ਆ ਰਹੇ ਸਨ ਕਿ ਰਸਤੇ ਦੇ ਵਿੱਚ ਪਿੰਡ ਡਿੱਗੀ ਵੱਚਾ ਵਿੱਚ ਭੁੱਖੇ ਪਿਆਸੇ ਅਤੇ ਜ਼ਖਮੀ ਸਿੰਘ ਤੇ ਬੀਬੀਆਂ ਨੂੰ ਦੁਸ਼ਮਣਾਂ ਨੇ ਬਹੁਤ ਬੇਦਰਦੀ ਦੇ ਨਾਲ ਸ਼ਹੀਦ ਕਰ ਦਿੱਤਾ। ਇੱਥੇ ਸਾਰੇ ਸਿੱਖ ਹਥਿਆਰਾਂ ਰਹਿਤ ਸਨ, ਕੁਝ ਬੱਚੇ ਹੋਏ ਸਨ, ਹੁਣ ਪਿੰਡ ਵਿੱਚ ਆਬਾਦ ਹਨ। ਦੁਸ਼ਮਣਾਂ ਨੇ ਮਾਲ ਤਨ ਲੁੱਟ ਕੇ ਮਕਾਨਾਂ ਨੂੰ ਵੀ ਅੱਗਾਂ ਲਗਾ ਦਿੱਤੀਆਂ ਅਤੇ ਕਈ ਸਿੱਖ ਅਤੇ ਬੀਬੀਆਂ ਦੀਆਂ ਲਾਸ਼ਾਂ ਵੀ ਸਾੜ ਦਿੱਤੀਆਂ ਗਈਆਂ। ਸ਼ਹੀਦ ਹੋਣ ਵਾਲੇ ਪਰਿਵਾਰਾਂ ਦੀ ਗਿਣਤੀ ਤਕਰੀਬਨ 50 ਦੇ ਕਰੀਬ ਹੈ। ਪਿੰਡ ਮਾਡਨਾ 1947 ਤੋਂ ਪਹਿਲਾਂ ਸਿੱਖਾਂ ਦੀ ਵਸੋਂ 200 ਤੋਂ ਕਰੀਬ ਸੀ। ਇੱਥੇ ਦੇ ਸਿੱਖ ਬੜੀ ਬਹਾਦਰ ਅਤੇ ਅਮੀਰ ਸਨ। ਇੱਥੇ ਇੱਕ ਖਾਸ ਵਜ਼ੀਰ ਖਾਨਦਾਨ ਰਹਿੰਦਾ ਸੀ। 12 ਕੱਤਕ ਸੰਮਤ 2004 ਨੂੰ ਜਦੋਂ ਕਬਾਇਲੀ ਪਾਕਿਸਤਾਨੀਆਂ ਦੇ ਹਮਲੇ ਦੀ ਖਬਰ ਪਿੰਡ ਪੁੱਜੀ ਤਾਂ ਸਾਰੇ ਸਿੱਖ ਸਤਰਨਾ ਪਿੰਡ ਵਿੱਚ ਆ ਗਏ ਤੇ ਉੱਥੇ ਦੇ ਕਾਫਲੇ ਦੇ ਵਿੱਚ ਸ਼ਾਮਲ ਹੋ ਗਏ। ਇੱਥੋਂ ਕਾਫਲਾ ਸੋਪਰ ਹੁੰਦਿਆਂ ਹੋਇਆ ਛੂਰੇ ਪੁੱਜਾ। ਉੱਥੇ ਮੁਕਾਬਲੇ ਦੌਰਾਨ ਬਹੁਤ ਸਾਰੇ ਸਿੱਖ ਬੀਬੀਆਂ ਤੇ ਬੱਚੇ ਸ਼ਹੀਦ ਹੋ ਗਏ। ਜੋ ਬਚ ਗਏ ਉਹ ਵਾਪਸ ਆਪਣੇ ਪਿੰਡ ਵਿੱਚ ਆ ਗਏ, ਪਰ ਰਸਤੇ ਦੇ ਵਿੱਚ ਰੁਕ ਗਏ। ਇਹਨਾਂ ਦੀ ਅਗਵਾਈ ਸਰਦਾਰ ਦਇਆ ਸਿੰਘ ਜੀ ਵਜ਼ੀਰ ਅਤੇ ਹੋਰ ਸਿੱਖ ਕਰ ਰਹੇ ਸਨ। ਇੱਕ ਸਿੱਖ ਨੇ ਕਾਫਲੇ ਨੂੰ ਕਿਹਾ, ਖਾਲਸਾ ਜੀ, ਹੁਣ ਤਿਆਰ ਹੋ ਜਾਵੋ, ਇਹ ਵਕਤ ਸ਼ਹੀਦੀਆਂ ਪਾਉਣ ਦਾ ਹੈ। ਵਾਹਿਗੁਰੂ ਜੀ ਨੂੰ ਯਾਦ ਕਰੋ ਅਤੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਸਰਾ ਲਵੋ। ਫਿਰ ਕੀ ਸੀ, ਗਨੀਡਾਰ ਇੱਕ ਬਹੁਤ ਵੱਡਾ ਹਜੂਮ ਲੈ ਕੇ ਆ ਗਿਆ ਅਤੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ। ਸਿੱਖ ਜੋ ਕਈ ਦਿਨਾਂ ਦੇ ਭੁੱਖੇ, ਧਿਆਏ ਅਤੇ ਜ਼ਖਮੀ ਸਨ, ਬੇਦਰਦੀ ਨਾਲ ਸ਼ਹੀਦ ਕਰ ਦਿੱਤੇ ਗਏ। ਇਸ ਪਿੰਡ ਦੇ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ 60 ਤੋਂ ਵੀ ਵਧੇਕ ਹੈ। ਪਿੰਡ ਚਰਾਲੀ ਕੁੰਡ ਇੱਥੇ 1947 ਤੋਂ ਪਹਿਲਾਂ ਸਿੱਖ ਅਤੇ ਮੁਸਲਮਾਨ ਇਕੱਠੇ ਹੀ ਵਸਦੇ ਸਨ। 1947 ਤੋਂ ਪਹਿਲਾਂ ਆਬਾਦੀ ਕੋਈ 200 ਤੋਂ ਵਧੇਕ ਸੀ ਅਤੇ 35 ਸਿੱਖਾਂ ਦੇ ਘਰ ਵਸਦੇ ਸਨ। 12 ਕੱਤਕ ਸੰਮਤ 2004 ਨੂੰ ਜਦੋਂ ਇੱਥੇ ਇੱਕ 22 ਪਾਕਿਸਤਾਨੀ ਦੇ ਹਮਲੇ ਦੀ ਖਬਰ ਪੁੱਜੀ ਤਾਂ ਸਾਰੇ ਸਿੱਖ ਘਰ ਕਾਟ ਛੱਡ ਕੇ ਸਤਰਨਾ ਦੇ ਪਿੰਡ ਪੁੱਜ ਗਏ। ਇੱਥੇ ਸਤਰਨਾ ਵਿੱਚ ਪੂਰੇ ਇਲਾਕੇ ਦੇ ਸਿੰਘ ਇਕੱਠੇ ਹੋਏ ਸਨ। ਇੱਥੋਂ ਕਾਫਲਾ ਬੜੀ ਸਹਿਜ ਅਤੇ ਸ਼ਾਂਤੀ ਨਾਲ ਲੰਘਦਾ ਹੋਇਆ ਸੋਪਰ ਪੁੱਜਾ, ਜਿੱਥੋਂ ਕਾਫਲਾ ਅੱਗੇ ਚੱਲ ਕੇ ਸੋਪਰ ਅਤੇ ਫਿਰ ਛੂਰੇ ਨੂੰ ਪੁੱਜਾ। ਵਰੇ ਪੁੱਜ ਕੇ ਦੁਸ਼ਮਣਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇੱਥੇ ਸਿੰਘਾਂ ਨੇ ਵੀ ਮੁਕਾਬਲਾ ਕੀਤਾ। ਜੋ ਚਰਾਲੀ ਕੁੰਡ ਦੇ ਪਰਿਵਾਰ ਬਚ ਗਏ ਉਹ ਮੁੜ ਆਪਣੇ ਪਿੰਡ ਦੇ ਵਿੱਚ ਆ ਗਏ। ਇੱਥੇ ਮੁਲਕੀ ਅਤੇ ਦੁਸ਼ਮਣਾਂ ਨੇ ਹਮਲਾ ਕਰਕੇ ਸਿੱਖਾਂ ਦੇ ਪਰਿਵਾਰਾਂ ਨੂੰ ਸ਼ਹੀਦ ਕਰ ਦਿੱਤਾ। ਘਰਾਂ ਤੋਂ ਜਾਨ ਮਾਲ ਲੁੱਟ ਕੇ ਅੱਗਾਂ ਲਗਾ ਦਿੱਤੀਆਂ ਅਤੇ ਸਿੱਖਾਂ ਨੂੰ ਘਰਾਂ ਵਿੱਚ ਹੀ ਸਾੜ ਕੇ ਸ਼ਹੀਦ ਕਰ ਦਿੱਤਾ। ਇੱਥੇ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ਤਕਰੀਬਨ 62 ਤੋਂ ਵੀ ਵਧੇਕ। ਪਿੰਡ ਯਾਰਾਪੁਰ ਇਸ ਪਿੰਡ ਦੇ ਵਿੱਚ 1947 ਤੋਂ ਪਹਿਲਾਂ ਮੁਸਲਮਾਨ ਅਤੇ ਸਿੱਖ ਵਸਦੇ ਸਨ। ਸਿੱਖਾਂ ਦੀ ਆਬਾਦੀ 250 ਤੋਂ ਵੀ ਵਧੇਕ ਸੀ। 12 ਕੱਤਕ ਸੰਮਤ 2004 ਨੂੰ ਕਬਾਇਲੀ ਪਾਕਿਸਤਾਨੀਆਂ ਦੇ ਹਮਲੇ ਦੀ ਖਬਰ ਸੁਣਦੇ ਸਾਰ ਹੀ ਸਾਰੇ ਸਿੱਖ ਪਰਿਵਾਰ ਸਤਰਨਾ ਪਿੰਡ ਪੁੱਜੇ। ਉੱਥੇ ਕਾਫਲੇ ਦੇ ਵਿੱਚ ਸੋਪਰ ਚਲੇ ਗਏ ਅਤੇ ਫਿਰ ਛੂਰੇ ਪੁੱਜੇ। ਜੋ ਸਿੰਘ ਛੂਰੇ ਵਿੱਚ ਬਚ ਕੇ ਯਾਰਾਪੁਰ ਪਿੰਡ ਵਿੱਚ ਆਏ ਉਹ ਮੁਲਕੀ ਅਤੇ ਦੁਸ਼ਮਣਾਂ ਨੇ ਕਤਲ ਕਰ ਦਿੱਤੇ। ਸਾਰਿਆਂ ਨੂੰ ਗੋਲੀਆਂ ਨਾਲ ਮਾਰ ਕੇ ਘਰਾਂ ਦੇ ਵਿੱਚ ਸੁੱਟ ਕੇ ਅੱਗ ਲਗਾ ਦਿੱਤੀ। ਸਿੱਖਾਂ ਦੀ ਸਾਰੀ ਜਾਇਦਾਦ ਲੁੱਟ ਕੇ ਉਜਾੜ ਦਿੱਤੀ। ਹੋਰ ਵੀ ਸਿੱਖ ਕੁਝ ਪਰਿਵਾਰ ਅਜੇ ਵੀ ਇੱਥੇ ਵਸਦੇ ਹਨ। ਸਿੱਖ ਭੁੱਖੇ ਪਾਣੇ ਸਾਰਾ ਦਿਨ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ ਅਤੇ ਅੰਤ ਨੂੰ ਕੁਝ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋ ਗਏ ਅਤੇ ਪਿੰਡ ਦੇ ਸ਼ਹੀਦਾਂ ਦੀ ਗਿਣਤੀ ਤਕਰੀਬਨ 65 ਦੇ ਕਰੀਬ ਹੈ। ਵਾਂਪੁਰਾ ਪਿੰਡ ਬਾਰਾਮੂਲਾ ਜ਼ਿਲ੍ਹੇ ਦੇ ਇਸ ਪਿੰਡ ਦੇ ਵਿੱਚ 1947 ਤੋਂ ਪਹਿਲਾਂ 200 ਤੋਂ ਵੀ ਵਧੇਕ ਸਿੱਖਾਂ ਦੀ ਵਸੋਂ ਸੀ। ਇਸ ਪਿੰਡ ਵਿੱਚ ਮੁਸਲਮਾਨ ਵੀ ਰਹਿੰਦੇ ਸਨ। 12 ਕੱਤਕ ਸੰਮਤ 2004 ਨੂੰ ਜਦੋਂ ਕਬਾਇਲੀ ਪਾਕਿਸਤਾਨੀਆਂ ਦੀ ਹਮਲੇ ਦੀ ਖਬਰ ਪਿੰਡ ਪੁੱਜੀ ਤਾਂ ਸਾਰੇ ਸਿੱਖ ਘਰਵਾਲ ਛੱਡ ਕੇ ਪਰਿਵਾਰਾਂ ਸਮੇਤ ਸਤਰਨਾ ਪਿੰਡ ਚਲੇ ਗਏ। ਕਾਫਲੇ ਦੀ ਸ਼ਕਲ ਵਿੱਚ ਸਾਰੇ ਪਿੰਡ ਵਾਸੀ ਸਤਰਨਾ ਤੋਂ ਸੋਪਰ ਹੁੰਦੇ ਹੋਏ ਛੂਰੇ ਪੁੱਜੇ। ਇਸ ਕਾਫਲੇ ਵਿੱਚ ਸਰਦਾਰ ਲਛਮਣ ਸਿੰਘ ਦੱਤ ਆਦਿ ਅਗਵਾਈ ਕਰ ਰਹੇ ਸਨ। ਛੂਰੇ ਵਿੱਚ ਸਾਰੇ ਸਿੱਖ ਅਤੇ ਬੀਬੀਆਂ ਦੁਸ਼ਮਣਾਂ ਨਾਲ ਮੁਕਾਬਲਾ ਕਰਦੇ ਰਹੇ।
ਦੁਸ਼ਮਣ ਕੋਲ ਅਸਲਾ ਬਹੁਤ ਸੀ, ਪਰ ਸਿੱਖਾਂ ਕੋਲ ਅਸਲਾ ਬਹੁਤ ਘੱਟ ਸੀ, ਜਿਸ ਕਾਰਨ ਸਿੱਖਾਂ ਦਾ ਇੱਥੇ ਬਹੁਤ ਜਾਨੀ ਨੁਕਸਾਨ ਹੋਇਆ। ਜੋ ਛੂਰੇ ਵਿੱਚੋਂ ਬਚ ਕੇ ਆਏ, ਉਹਨਾਂ ਵਿੱਚ ਕੁਝ ਰੂਸੇ ਅਤੇ ਕੁਝ ਪਿੰਡ ਵਿੱਚ ਦੁਸ਼ਮਣਾਂ ਹੱਥੋਂ ਸ਼ਹੀਦ ਹੋ ਗਏ। ਕਈ ਦਿਨਾਂ ਦੇ ਭੁੱਖੇ ਪਿਆਸੇ ਅਤੇ ਜ਼ਖਮੀ ਸਿੱਖ ਸਮੇਤ ਪਰਿਵਾਰਾਂ ਦੇ ਦੁਸ਼ਮਣਾਂ ਨੇ ਸ਼ਹੀਦ ਕਰ ਦਿੱਤੇ। ਕੁਝ ਸਿੱਖ ਮੁਕਾਬਲਾ ਵੀ ਕਰਦੇ ਰਹੇ, ਪਰ ਦੁਸ਼ਮਣਾਂ ਦੀ ਸੰਖਿਆ ਬਹੁਤ ਹੋਣ ਕਾਰਨ ਉਹ ਵੀ ਸ਼ਹੀਦ ਹੋ ਗਏ। ਇੱਥੇ ਇੱਕ ਸਿੰਘਣੀ ਜਿਨ੍ਹਾਂ ਦਾ ਨਾਮ ਮੱਖਣ ਕੌਰ ਹੈ, ਉਹਨਾਂ ਨੇ ਆਪਣੇ ਦੋ ਛੋਟੇ-ਛੋਟੇ ਬੱਚਿਆਂ ਸੁਰਜੀਤ ਸਿੰਘ ਅਤੇ ਨੀਤ ਕੌਰ ਨੂੰ ਨਾਲ ਲੈ ਕੇ ਬਲਦੀ ਚਿਖਾ ਦੇ ਵਿੱਚ ਛਾਲ ਮਾਰ ਕੇ ਵਾਹਿਗੁਰੂ ਵਾਹਿਗੁਰੂ ਜਪਦੀ ਨੇ ਸ਼ਹੀਦੀ ਪ੍ਰਾਪਤ ਕਰ ਦਿੱਤੀ। ਇਸ ਪਿੰਡ ਦੇ ਕੁੱਲ ਸ਼ਹੀਦ 112 ਦੀ ਤਰ੍ਹਾਂ ਪਿੰਡ ਚੱਕ ਸ਼ਤਲੂ ਅਤੇ ਪਾਤੂਸਾ ਦੇ ਸਿੰਘਾਂ ਨੇ ਵੀ ਸ਼ਹੀਦੀਆਂ ਪਾਈਆਂ, ਜਿਨ੍ਹਾਂ ਦੀ ਗਿਣਤੀ 150 ਤੋਂ ਪਿੰਡ ਬਾਜਲਾ, ਇਹ ਪਿੰਡ ਬਾਰਾਮੂਲਾ ਜ਼ਿਲ੍ਹੇ ਦੇ ਵਿੱਚ ਹੈ ਅਤੇ ਇੱਥੇ 1947 ਤੋਂ ਪਹਿਲਾਂ ਸਿੱਖਾਂ ਦੀ ਆਬਾਦੀ ਕੋਈ 300 ਦੇ ਕਰੀਬ ਸੀ। 12 ਕੱਤਕ ਸੰਮਤ 2004 ਨੂੰ ਜਦੋਂ ਪਿੰਡ ਵਾਸੀਆਂ ਨੂੰ ਹਮਲੇ ਦਾ ਪਤਾ ਲੱਗਾ ਤਾਂ ਸਾਰੇ ਸਿੰਘ ਘਰ-ਬਾਰ ਛੱਡ ਕੇ ਸਤਰਨਾ ਦੇ ਵਿੱਚ ਜਮ੍ਹਾਂ ਹੋ ਗਏ। ਉੱਥੇ ਕਾਫਲੇ ਨਾਲ ਸੋਪੁਰ ਪੁੱਜੇ ਅਤੇ ਫਿਰ ਛੂਰੇ। ਬਹੁਤਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਜੋ ਬਚ ਕੇ ਪਿੰਡ ਵਾਪਸ ਆਏ, ਉਹਨਾਂ ਨੂੰ ਮੁਲਕੀ ਮੁਸਲਮਾਨਾਂ ਨੇ ਯਕੀਨ ਦਿੱਤਾ ਕਿ ਤੁਸੀਂ ਫਿਕਰ ਨਾ ਕਰੋ, ਪਰ ਉਹਨਾਂ ਦੀ ਨੀਅਤ ਖਰਾਬ ਸੀ। ਸਿੱਖ ਜੋ ਕਈ ਦਿਨਾਂ ਦੇ ਭੁੱਖੇ ਭਾਣੇ ਪਿਆਸੇ ਤੇ ਜ਼ਖਮੀ ਸਨ, ਪੂਰਾ ਪ੍ਰੋਗਰਾਮ ਬਣਾ ਕੇ ਬਰਛੀਆਂ, ਤਲਵਾਰਾਂ, ਕੁਹਾੜੀਆਂ, ਛੁਰੀਆਂ ਤੇ ਡੰਡਿਆਂ ਨਾਲ ਦੁਸ਼ਮਣਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਇੱਥੇ ਇੱਕ ਅਨੋਖੀ ਘਟਨਾ ਵਾਪਰੀ ਸੀ। ਇੱਕ ਮਾਤਾ ਗੋਪੀ ਕੌਰ, ਜਿਸ ਦੇ 2 ਬੱਚੇ ਸਨ, ਦੁਸ਼ਮਣ ਕਬਾਲੀ ਉਸ ਨੂੰ ਆਪਣੇ ਨਾਲ ਪਾਕਿਸਤਾਨ ਲੈ ਜਾਣਾ ਚਾਹੁੰਦੇ ਸਨ। ਮਾਤਾ ਨੇ ਕਿਹਾ, ਠੀਕ ਹੈ, ਮੈਨੂੰ ਸ਼ਹੀਦ ਹੋਏ ਸਿੱਖਾਂ, ਬੀਬੀਆਂ ਅਤੇ ਬੱਚਿਆਂ ਦਾ ਸੰਸਕਾਰ ਕਰਨ ਦਿਓ। ਦੁਸ਼ਮਣਾਂ ਨੇ ਲੱਕੜਾਂ ਇਕੱਠੀਆਂ ਕੀਤੀਆਂ ਅਤੇ ਸਿੱਖਾਂ ਦੀ ਚਿਖਾ ਬਣਾਈ ਅਤੇ ਅੱਗ ਲਗਾ ਦਿੱਤੀ। ਜਦੋਂ ਅੱਗ ਚੰਗੀ ਤਰ੍ਹਾਂ ਉੱਚੀ ਹੋਈ ਤਾਂ ਬੀਬੀ ਗੋਪੀ ਕੌਰ ਨੇ ਦੋਵੇਂ ਬੱਚਿਆਂ ਨੂੰ ਚੁੱਕ ਕੇ ਚਿਖਾ ਦੀ ਪਰਿਕਰਮਾ 5 ਵਾਰ ਕੀਤੀ ਤਾਂ ਇੱਕ ਅੱਖ ਦੇ ਫੇਰ ਵਿੱਚ ਹੀ ਚਿਖਾ ਵਿੱਚ ਛਾਲ ਮਾਰ ਦਿੱਤੀ ਅਤੇ ਦੋਵੇਂ ਬੱਚਿਆਂ ਸਮੇਤ ਜ਼ਿੰਦਾ ਸੜ ਗਏ। ਇਹ ਵੇਖ ਕੇ ਦੁਸ਼ਮਣ ਹੱਥ ਮਲਦੇ ਰਹੇ ਅਤੇ ਹੈਰਾਨ ਹੋ ਗਏ ਕਿ ਤਨ ਹੈ ਸਿੱਖੀ ਅਤੇ ਤਨ ਹਨ ਸਿੱਖ ਬੀਬੀਆਂ ਜੋ ਮੌਤ ਦੀ ਪਰਵਾਹ ਨਹੀਂ। ਪਿੰਡ ਕੁੰਡੀ ਹਮਾਲੂ, ਇਹ ਪਿੰਡ ਜ਼ਿਲ੍ਹਾ ਬਾਰਾਮੂਲਾ ਦੇ ਵਿੱਚ ਹੈ। 1947 ਤੋਂ ਪਹਿਲਾਂ ਇੱਥੇ ਸਿੱਖਾਂ ਦੀ ਵਸੋਂ 200 ਤੋਂ ਵਧੇਕ ਸੀ। ਜਦੋਂ 12 ਕੱਤਕ ਸੰਮਤ 2004 ਨੂੰ ਹਮਲੇ ਦੀ ਖਬਰ ਪੁੱਜੀ ਤਾਂ ਸਾਰਾ ਪਿੰਡ ਪਰਿਵਾਰਾਂ ਸਮੇਤ ਸਤਰਨਾ ਦੇ ਕਾਫਲੇ ਦੇ ਵਿੱਚ ਸ਼ਾਮਿਲ ਹੋ ਕੇ ਸੋਪੁਰ ਤੋਂ ਛੂਰੇ ਪੁੱਜਾ। ਛੂਰੇ ਚੋਂ ਜੋ ਬਚ ਕੇ ਨਰਸਰੀ ਲੰਘ ਕੇ ਵਾਪਸ ਪਿੰਡ ਹਮਾਦੂਮ ਵਿੱਚ ਆਏ, ਭੁੱਖੇ ਪਿਆਸੇ ਅਤੇ ਪਰੇਸ਼ਾਨ ਦੇ ਜ਼ਖਮੀ ਸਿੰਘਾਂ ਉੱਤੇ ਦੁਸ਼ਮਣਾਂ ਨੇ ਹਮਲਾ ਕਰ ਦਿੱਤਾ। ਬਹੁਤ ਪਰਿਵਾਰਾਂ ਸਮੇਤ ਸਿੱਖ ਇੱਥੇ ਸ਼ਹੀਦ ਕਰ ਦਿੱਤੇ ਗਏ। ਇੱਥੇ ਇੱਕ ਸਿੱਖ ਨੇ ਆਪਣੇ ਸਿੱਖਾਂ ਨੂੰ ਬਚਾਉਣ ਲਈ ਆਪਣੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ। ਉਹ ਸਰਦਾਰ ਫਕੀਰ ਸਿੰਘ ਸੀ ਅਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਸਿੱਖੀ ਸਿਦਕ ਨਿਭਾਉਂਦਾ ਹੋਇਆ ਸ਼ਹੀਦ ਹੋਇਆ। ਇਸ ਪਿੰਡ ਦੇ ਜੋ ਸਿੱਖ ਸ਼ਹੀਦ ਹੋਏ ਉਹ ਤਕਰੀਬਨ 80 ਦੇ ਪੁਰਾ ਪਿੰਡ। ਇਹ ਪਿੰਡ ਸੋਪੁਰ ਤਹਿਸੀਲ ਵਿੱਚ ਅਤੇ ਜ਼ਿਲ੍ਹਾ ਬਾਰਾਮੂਲਾ ਦੇ ਵਿੱਚ ਆਉਂਦਾ ਹੈ। ਇੱਥੇ ਕੇਵਲ ਸਿੱਖ ਵਸੋਂ ਹੀ ਨਿਵਾਸ ਕਰਦੀ ਹੈ। 1947 ਤੋਂ ਪਹਿਲਾਂ ਇੱਥੇ ਦੀ ਵਸੋਂ ਤਕਰੀਬਨ 400 ਸੀ। ਇਸ ਪਿੰਡ ਦੇ ਸਿੱਖਾਂ ਦੇ 3 ਹਿੱਸੇ ਹੋਏ ਸਨ। ਜਦੋਂ 12 ਕੱਤਕ ਸੰਮਤ 2004 ਨੂੰ ਕਬਾਲੀ ਪਾਕਿਸਤਾਨੀਆਂ ਨੇ ਹਮਲਾ ਕੀਤਾ ਤਾਂ ਉਸ ਤੋਂ ਪਹਿਲਾਂ ਹੀ ਪਿੰਡ ਦੇ 2 ਹਿੱਸੇ 11 ਕੱਤਕ ਸੰਮਤ 2004 ਨੂੰ ਪਿੰਡ ਛੱਡ ਕੇ ਜਹਿਲਮ ਦਰਿਆ ਨੂੰ ਪਾਰ ਕਰਕੇ ਸ਼੍ਰੀਨਗਰ ਚਲੇ ਗਏ ਸਨ। ਪਰ ਜੋ ਤੀਜਾ ਹਿੱਸਾ ਪਿੰਡ ਵਿੱਚ ਰਹਿ ਗਿਆ ਸੀ, ਉਹ ਚਾਹੁੰਦੇ ਸਨ ਕਿ ਪਿੰਡ ਨੂੰ ਨਾ ਛੱਡਿਆ ਜਾਵੇ। 12 ਕੱਤਕ ਨੂੰ ਜਦੋਂ ਚੱਕ ਸ਼ਤਲੂ ਤੇ ਹਮਲਾ ਹੋਇਆ ਤਾਂ ਪਟਪੁਰੇ ਦੀ ਸੰਗਤ ਗੁਰਦੁਆਰੇ ਵਿੱਚ ਇਕੱਠੇ ਹੋ ਕੇ ਫੈਸਲਾ ਕਰ ਹੀ ਰਹੀ ਸੀ ਕਿ ਕੀ ਕੀਤਾ ਜਾਵੇ, ਪਰ ਕੁਝ ਫੈਸਲਾ ਨਾ ਹੋ ਸਕਿਆ। ਪਿੰਡ ਵਿੱਚ ਰਹਿ ਗਏ ਤੀਜੇ ਹਿੱਸੇ ਨੂੰ ਜਦੋਂ ਸੂਚਨਾ ਮਿਲੀ ਕਿ ਚੱਕ ਸ਼ਤਲੂ ਤੇ ਹਮਲਾ ਹੋ ਗਿਆ ਹੈ ਤਾਂ ਇਹ ਸਾਰੇ ਪਿੰਡ ਛੱਡ ਕੇ ਸਾਹਮਣੇ 2 ਕਿਲੋਮੀਟਰ ਦੀ ਉੱਚੀ ਜੰਗਲ ਦੇ ਵਿੱਚ ਇੱਕ ਪਹਾੜੀ ਤੇ ਜਾ ਕੇ ਬੈਠ ਗਏ। ਦੁਸ਼ਮਣ ਜਦੋਂ ਪਿੰਡ ਵਿੱਚ ਦਾਖਲ ਹੋਇਆ ਤਾਂ ਉਹ ਗਿਣਤੀ ਵਿੱਚ ਬਹੁਤ ਥੋੜੇ ਸੀ, ਪਰ ਮੁਲਕੀ ਮੁਸਲਮਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਨ। ਇਹਨਾਂ ਸਾਰੇ ਪਿੰਡ ਨੂੰ ਅੱਗ ਲਗਾ ਦਿੱਤੀ ਅਤੇ ਕਿਸੇ ਮੁਲਕੀ ਨੇ ਜੰਗਲ ਵਾਲੀ ਪਾਰਟੀ ਦਾ ਕਬਾਲੀਆਂ ਨੂੰ ਪਤਾ ਦੇ ਦਿੱਤਾ। ਸਮਾਂ ਵੇਖ ਕੇ ਜੰਗਲ ਵਾਲੀ ਪਾਰਟੀ ਤੇ ਪਾਕਿਸਤਾਨੀਆਂ ਨੇ ਖੂਬ ਗੋਲੀਆਂ ਚਲਾਈਆਂ ਤੇ ਬਹੁਤ ਸਾਰੇ ਸਿੱਖ ਬੀਬੀਆਂ ਅਤੇ ਬੱਚੇ ਸ਼ਹੀਦ ਹੋ ਗਏ। ਇੱਥੇ ਇੱਕ ਘਟਨਾ ਮਾਤਾ ਜੀ ਦੀ ਹੈ ਜੋ ਇਸ ਤਰ੍ਹਾਂ ਹੈ। ਮਾਤਾ ਰਾਧਾ ਕੌਰ ਜੋ ਸਰਦਾਰ ਸੁੰਦਰ ਸਿੰਘ ਜੀ ਦੀ ਪਤਨੀ ਸੀ, ਉਸ ਨੂੰ ਕਬਾਲੀ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਸਨ ਅਤੇ ਧਰਮ ਛੱਡਣ ਲਈ ਆਖਦੇ ਸਨ, ਪਰ ਮਾਤਾ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਸੁਣਦੇ ਹੀ ਕਬਾਲੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਮਾਤਾ ਜੀ 2 ਘੰਟੇ ਜ਼ਖਮੀ ਹਾਲਤ ਵਿੱਚ ਲਹੂ ਨਾਲ ਲੱਥਪੱਥ ਹੋ ਕੇ ਪਏ ਰਹੇ। ਜਦੋਂ ਦੁਸ਼ਮਣਾਂ ਨੇ ਉੱਥੋਂ ਚਾਲੇ ਪਾਏ ਤੇ ਸ਼ਾਮ ਹੋ ਗਈ ਤਾਂ ਮਾਤਾ ਜੀ ਉੱਥੋਂ ਉੱਠ ਕੇ 3 ਕਿਲੋਮੀਟਰ ਤੱਕ ਚੱਲਦੇ ਰਹੇ ਅਤੇ 2 ਥਾਂ ਤੇ ਪਾਣੀ ਪੀ ਕੇ, ਜੋ ਪਿੰਡ ਦੀ ਬਸਤੀ ਤੋਂ ਬਾਹਰ ਹੀ ਸੀ, ਅਤੇ ਥੋੜਾ ਠੀਕ ਹੋਣ ਦੇ ਨਾਤੇ ਵਾਹਿਗੁਰੂ ਨੂੰ ਯਾਦ ਕਰਦੇ ਰਹੇ। ਮਾਤਾ ਜੀ ਨੇ ਰਾਤ ਨੂੰ 2 ਵਜੇ ਆਪਣਾ ਸਰੀਰ ਤਿਆਗ ਦਿੱਤਾ। ਸਵੇਰ ਜਦੋਂ ਦੁਸ਼ਮਣਾਂ ਨੇ ਮਕਾਨ ਵਿੱਚ ਦਾਖਲ ਕੀਤਾ ਤਾਂ ਧਨ ਅਤੇ ਦੌਲਤ ਆਦਿ ਨੂੰ ਲੁੱਟ ਕੇ ਮਕਾਨ ਨੂੰ ਅੱਗ ਲਗਾ ਦਿੱਤੀ। ਇਸ ਤਰ੍ਹਾਂ ਮਾਤਾ ਜੀ ਦਾ ਸੰਸਕਾਰ ਹੋ ਗਿਆ।
ਇਸ ਪਿੰਡ ਦੇ ਸ਼ਹੀਦਾਂ ਦੀ ਗਿਣਤੀ 65 ਦੇ ਕਰੀਬ ਹੈ। ਪਿੰਡ ਪੁਰਾ ਕਲਾਨ। ਇਸ ਪਿੰਡ ਦੀ ਆਬਾਦੀ 1947 ਤੋਂ ਪਹਿਲਾਂ ਤਕਰੀਬਨ 500 ਸਿੱਖਾਂ ਦੀ ਸੀ। ਇਹ ਪਿੰਡ ਸਿੱਖਾਂ ਦਾ ਇੱਕ ਬਹੁਤ ਵੱਡਾ ਪਿੰਡ ਹੈ ਜੋ ਧਾਰਮਿਕ, ਮਾਲੀ ਅਤੇ ਸਿਆਸੀ ਲਿਹਾਜ਼ ਨਾਲ ਅਗਾਂਹ-ਵਧੂ ਪਿੰਡਾਂ ਵਿੱਚੋਂ ਮੰਨਿਆ ਜਾਂਦਾ ਹੈ। ਇਸ ਪਿੰਡ ਵਿੱਚ ਮੁਸਲਮਾਨਾਂ ਦੀ ਵੀ ਚੰਗੀ ਵਸੋਂ ਸੀ। ਬਾਰਾਮੂਲੇ ਤੋਂ ਇਹ ਪਿੰਡ 4-5 ਕਿਲੋਮੀਟਰ ਉੱਚੀ ਥਾਂ ਤੇ ਆਬਾਦ ਹੈ। 11 ਕੱਤਕ ਸੰਮਤ 2004 ਨੂੰ ਜਦੋਂ ਇੱਥੋਂ ਦੇ ਸਿੱਖਾਂ ਨੇ ਦੇਖਿਆ ਕਿ ਬਾਰਾਮੂਲਾ ਤੇ ਪਾਕਿਸਤਾਨੀ ਕਮਾਲੀਆਂ ਦਾ ਹਮਲਾ ਹੋ ਗਿਆ ਹੈ ਤਾਂ ਇੱਥੇ ਦੇ ਸਿੰਘ ਘਰ-ਬਾਰ ਛੱਡ ਕੇ ਆਪਣੇ ਪਰਿਵਾਰਾਂ ਸਮੇਤ ਦਰਦਪੁਰੇ ਪਿੰਡ ਵੱਲ ਚਲੇ ਗਏ। ਉਹ ਸਾਰੇ ਕਨਹਾਮੇ ਤੋਂ ਇਛਾਵੇਂ ਪੁੱਜੇ। ਪਿੱਛੇ ਜੋ ਸਿੰਘ, ਬੱਚੀਆਂ ਅਤੇ ਬੀਬੀਆਂ ਪਿੰਡ ਵਿੱਚ ਰਹਿ ਗਈਆਂ, ਉਹਨਾਂ ਨੂੰ ਦੁਸ਼ਮਣ ਨੇ ਕਰ-ਕਾਟ ਲੁੱਟ ਕੇ ਸ਼ਹੀਦ ਕਰ ਦਿੱਤਾ ਤੇ ਮਕਾਨਾਂ ਨੂੰ ਅੱਗ ਲਗਾ ਦਿੱਤੀ। ਜੋ ਸਿੰਘ ਕਾਫਲੇ ਦੀ ਸ਼ਕਲ ਵਿੱਚ ਪਿੰਡ ਇਛਾਵੇਂ ਪੁੱਜੇ, ਉਹਨਾਂ ਨੇ ਉੱਥੇ ਮੋਰਚਾ ਲਾ ਕੇ ਡਟ ਕੇ ਦੁਸ਼ਮਣਾਂ ਨਾਲ ਮੁਕਾਬਲਾ ਕੀਤਾ ਤੇ ਰਾਤ ਨੂੰ ਸਾਰੇ ਕਾਫਲੇ ਨਾਲ ਪਿੰਡ ਮਾਗਮ ਤੋਂ ਹੁੰਦੇ ਹੋਏ ਸ੍ਰੀਨਗਰ ਪੁੱਜ ਗਏ ਅਤੇ ਇਸ ਪਿੰਡ ਦੇ ਵਿੱਚ ਸ਼ਹੀਦਾਂ ਦੀ ਗਿਣਤੀ 61 ਦੇ ਕਰੀਬ। ਰਾਮਕੁੰਡ, ਜਿਸ ਦਾ ਪਹਿਲਾ ਨਾਮ ਇਰਾਨ ਕੁੰਡ ਸੀ, ਨਜੀਪਟ, ਦਰਦਪੁਰਾ, ਕਾਨਹਾਮਾ, ਬਿਆਵਾ, ਉਬਲਨਾ, ਗੋਹਨ, ਦਰਦਕੋਟ, ਇਸਲਾਮਾਬਾਦ ਅਤੇ ਬਾਰਾਮੂਲਾ ਨਗਰ ਦੇ ਸ਼ਹੀਦਾਂ ਨੂੰ ਮਿਲਾ ਕੇ ਉਹਨਾਂ ਦੀ ਗਿਣਤੀ 130 ਦੇ ਕਰੀਬ ਹੈ। ਆਓ ਹੁਣ ਗੱਲ ਕਰਦੇ ਹਾਂ ਪਿੰਡ ਸਤਰਨਾ ਤੋਂ ਚੱਲਣ ਵਾਲੇ ਕਾਫਲੇ ਦੀ। ਪਿੰਡ ਸਤਰਨਾ ਵਿੱਚ 12 ਕੱਤਕ ਸੰਮਤ 2004 ਸ਼ਾਮ ਦੇ 8 ਵਜੇ ਤੱਕ ਸਾਰੇ ਪਿੰਡਾਂ ਦੇ ਸਿੱਖ ਪਰਿਵਾਰ ਇਕੱਠੇ ਹੋ ਗਏ। ਇਹਨਾਂ ਪਰਿਵਾਰਾਂ ਵਿੱਚ ਵੀ ਬਹੁਤ ਸਿੱਖ ਬੀਬੀਆਂ ਤੇ ਬੱਚੇ ਪਿੰਡ ਵਿੱਚ ਹੀ ਸ਼ਹੀਦ ਹੋ ਗਏ ਸਨ। ਇਸ ਕਾਫਲੇ ਵਿੱਚ 3500 ਤੋਂ ਵੱਧ ਸਿੱਖ, ਬੀਬੀਆਂ ਤੇ ਬੱਚੇ ਸ਼ਾਮਿਲ ਸਨ। ਇਹਨਾਂ ਪਰਿਵਾਰਾਂ ਕੋਲ ਕੁਝ ਛੋਟਾ-ਮੋਟਾ ਸਮਾਨ, ਕੁਝ ਰਵਾਇਤੀ ਹਥਿਆਰ ਅਤੇ ਕੁਝ ਕੱਪੜਾ ਸੀ ਜੋ ਨੱਠਦੇ ਭੱਜਦੇ ਚੁੱਕ ਕੇ ਲੈ ਕੇ ਆਏ ਸਨ। 1 ਕੱਤਕ ਦੀ ਠੰਡੀ ਰਾਤ ਸੀ। ਸ਼ਾਮ ਨੂੰ ਇਹ ਕਾਫਲਾ ਅਰਦਾਸਾ ਸੋਧ ਕੇ ਸ਼੍ਰੀਨਗਰ ਵੱਲ ਨੂੰ ਤੁਰਿਆ। ਰਾਤ ਦੀ ਭਿਆਨਕ ਸਰਦੀ ਵਿੱਚ ਦੂਰੋਂ ਆਪਣੇ ਪਿੰਡ ਸੜਦੇ ਵੇਖ ਰਹੇ ਸਨ। ਕਾਫਲਾ ਹਰੀਪੁਰੇ ਪੁੱਜਿਆ ਤੇ ਇੱਕ ਘਟਨਾ ਵਾਪਰੀ। ਉੱਥੇ ਸਰਦਾਰ ਮੱਖਣ ਸਿੰਘ ਯਾਰਾ ਬੁਗਵਾਲੇ ਦੇ ਲੜਕੇ ਨੂੰ ਸ਼ਹੀਦ ਕਰ ਦਿੱਤਾ ਗਿਆ। ਖੈਰ, ਕਾਫਲਾ ਚੱਲਦਾ ਗਿਆ ਅਤੇ ਅੰਮ੍ਰਿਤ ਵੇਲੇ ਸੋਪਰ ਵੱਲ ਨੂੰ ਪੁੱਜ ਗਿਆ। ਵੱਡਿਆਂ ਨੇ ਸਲਾਹ ਕੀਤੀ ਅਤੇ ਇੱਥੋਂ ਦੇ ਵੱਡੇ ਨੈਸ਼ਨਲ ਕਾਨਫਰੰਸ ਦੇ ਲੀਡਰਾਂ ਨੂੰ ਉਹ ਸਿੱਖ ਮਿਲਣ ਚਲੇ ਗਏ। ਉਹਨਾਂ ਨੇ ਸਿੱਖਾਂ ਨੂੰ ਠਹਿਰਨ ਦੀ ਸਲਾਹ ਦਿੱਤੀ, ਪਰ ਸਿੱਖਾਂ ਦਾ ਕਾਫਲਾ ਅੱਗੇ ਤੁਰ ਪਿਆ। ਪੁਰ ਪਾਰ ਕਰਨ ਸਮੇਂ ਸਿੱਖਾਂ ਕੋਲੋਂ ਹਥਿਆਰ ਜ਼ਬਰਦਸਤੀ ਲੈ ਲਏ ਗਏ। ਕਾਫਲਾ ਸੜਕ ਨੂੰ ਛੱਡ ਕੇ ਖੱਬੇ ਹੱਥ ਵੱਲ ਨਰਸਰੀ ਸੋਪਰ ਵਿੱਚ ਜਾ ਪੁੱਜਾ। ਅਜੇ ਬੈਠੇ ਵੀ ਨਹੀਂ ਸਨ ਕਿ ਖਬਰ ਆਈ ਕਿ ਦੁਸ਼ਮਣ ਆ ਰਿਹਾ ਹੈ। ਫਿਰ ਕਾਫਲਾ ਸਿੱਧਾ ਛੂਰੇ ਵੱਲ ਤੁਰ ਪਿਆ। ਅਜੇ ਸੜਕ 1 ਕਿਲੋਮੀਟਰ ਦੂਰ ਹੀ ਸੀ ਤਾਂ ਜੈਕਾਰਿਆਂ ਦੀ ਆਵਾਜ਼ ਆਈ। ਸਿੱਖਾਂ ਨੇ ਜੈਕਾਰੇ ਸੁਣ ਕੇ ਸਮਝਿਆ ਕਿ ਭਾਰਤ ਦੀ ਫੌਜ ਹੈ। ਸਾਰਾ ਕਾਫਲਾ ਤੇਜ਼-ਤੇਜ਼ ਅੱਗੇ ਵਧਣ ਲੱਗਾ ਅਤੇ ਜੈਕਾਰੇ ਗੂੰਜਣ ਲੱਗਾ। ਫਿਰ ਕੀ ਸੀ, ਅੱਧੇ ਕਿਲੋਮੀਟਰ ਤੋਂ ਗੋਲੀਆਂ ਚੱਲਣ ਲੱਗੀਆਂ ਤੇ ਸਿੱਖ ਪਰਿਵਾਰ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ। ਇੱਥੇ ਜੋ ਸਿੱਖ ਕਾਫਲੇ ਦੀ ਅਗਵਾਈ ਕਰ ਰਹੇ ਸਨ, ਉਹਨਾਂ ਵਿੱਚ ਸਰਦਾਰ ਛਬੀਲ ਸਿੰਘ ਪਾਤੂਸਾ, ਭਾਈ ਮਾਨ ਸਿੰਘ ਟੰਗਾਮੁੱਲਾ, ਸਰਦਾਰ ਅਰਜਨ ਸਿੰਘ ਚੱਕ ਗੁਜਰੀ, ਮਾਸਟਰ ਕਿਰਪਾਲ ਸਿੰਘ ਪਟਪੁਰਾ ਆਦਿ ਸ਼ਾਮਿਲ ਸਨ। ਬਹੁਤੇ ਸਿੰਘ ਬੇਹਥਿਆਰ ਹੀ ਲੜਦੇ ਰਹੇ ਅਤੇ ਲਲਕਾਰੇ ਮਾਰਦੇ ਰਹੇ ਕਿ ਸਿੱਖੋ, ਦੁਸ਼ਮਣਾਂ ਦਾ ਮੁਕਾਬਲਾ ਕਰੋ ਅਤੇ ਸ਼ਹੀਦੀਆਂ ਪਾਵੋ। ਇਹ ਮੋਰਚਾ ਸਵੇਰ ਦੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਦਾ ਰਿਹਾ ਅਤੇ ਬਹੁਤ ਸਾਰੇ ਸਿੱਖ ਪਰਿਵਾਰ ਇੱਥੇ ਸ਼ਹੀਦ ਹੋ ਗਏ। ਇੱਥੇ ਹੀ ਕਬਾਲੀ ਪਾਕਿਸਤਾਨੀਆਂ ਦੇ ਬਹੁਤ ਸਾਰੇ ਸਿਪਾਹੀ ਵੀ ਮਾਰੇ ਗਏ। ਸਭ ਨੂੰ ਉਮੀਦ ਸੀ ਕਿ ਸਿੰਘਾਂ ਦੀ ਫਤਿਹ ਹੋਵੇਗੀ। ਇੱਥੇ ਸਿੱਖ ਪਰਿਵਾਰ ਬੜੇ ਜ਼ੋਰ ਸ਼ੋਰ ਨਾਲ ਦੁਸ਼ਮਣ ਦਾ ਮੁਕਾਬਲਾ ਕਰਦੇ ਰਹੇ। ਇੱਥੇ ਸਿੱਖਾਂ ਨੇ ਮਾਮੂਲੀ ਹਥਿਆਰਾਂ ਜਿਵੇਂ ਤਲਵਾਰਾਂ, ਟੋਕੇ, ਕੁਹਾੜੀ, ਬੰਦੂਕ, ਨੇਜ਼ਾ ਆਦਿ ਵਰਤ ਕੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ। ਸਿੰਘਾਂ ਦਾ ਵੀ ਕਾਫੀ ਜਾਨੀ ਨੁਕਸਾਨ ਹੋਇਆ ਕਿਉਂਕਿ ਦੁਸ਼ਮਣਾਂ ਕੋਲ ਗੋਲੀਆਂ ਸੀ ਅਤੇ ਉਹ ਗੋਲੀਆਂ ਵਰਸਾ ਰਹੇ ਸੀ। ਫਿਰ ਵੀ ਦੁਸ਼ਮਣਾਂ ਨੂੰ ਮੂੰਹ ਦਿਖਾਣੀ ਪਈ। ਇੰਨੇ ਚਿਰ ਨੂੰ ਸ਼ਾਮ 5 ਵਜੇ ਕਾਂਸਪੁਰੇ ਵਾਲਾ ਮੋਰਚਾ ਜੋ ਡੋਗਰਾ ਰਿਆਸਤੀ ਫੌਜ ਅਤੇ ਕਬਾਲੀ ਪਾਕਿਸਤਾਨੀਆਂ ਦਾ ਸੀ, ਉਹ ਟੁੱਟ ਗਿਆ। ਡੋਗਰਾ ਫੌਜ ਪਿੱਛੇ ਹਟ ਗਈ ਅਤੇ ਕਬਾਲੀ ਪਾਕਿਸਤਾਨੀ ਫੌਜ ਅੱਗੇ ਵਧ ਗਈ। ਉਹਦੇ ਸਾਰੀ ਉਹਨਾਂ ਸਿੱਖਾਂ ਦੇ ਕਾਫਲੇ ਦੇ ਮਸ਼ੀਨ ਗੰਨਾਂ, ਬਰੇਨ ਗੰਨਾਂ ਆਦਿ ਨਾਲ ਗੋਲੀਆਂ ਦੀ ਵਰਖਾ ਕਰ ਦਿੱਤੀ, ਜਿਸ ਦਾ ਨਤੀਜਾ ਇਹ ਹੋਇਆ ਕਿ ਸਿੱਖ ਪਰਿਵਾਰਾਂ ਦਾ ਜਿੱਧਰ ਮੂੰਹ ਸੀ ਉਹ ਉਧਰ ਵੱਲ ਨੂੰ ਹੀ ਤੁਰ ਪਏ। ਬਹੁਤ ਸਾਰੇ ਮਾਰੇ ਗਏ। ਜੋ ਬਚ ਗਏ ਉਹ ਵਾਪਸ ਨਰਸਰੀ ਸੋਪਰ ਵਿੱਚ ਆ ਗਏ। ਇੱਥੇ ਘਬਰਾਏ ਹੋਏ ਸਿੱਖ ਪਰਿਵਾਰ ਜਹਿਲਮ ਦਰਿਆ ਦੇ ਵਿੱਚ ਛਾਲਾਂ ਮਾਰਨ ਲੱਗੇ ਅਤੇ ਕਈਆਂ ਨੇ ਆਪਣੇ ਪਰਿਵਾਰਾਂ ਨੂੰ ਕਤਲ ਕਰ ਦਿੱਤਾ ਤਾਂ ਜੋ ਦੁਸ਼ਮਣ ਦੇ ਹੱਥਾਂ ਵਿੱਚ ਪਰਿਵਾਰ ਨਾ ਲੱਗਣ ਅਤੇ ਪਰਿਵਾਰਾਂ ਦੇ ਜੀ ਨਾ ਆਉਣ ਅਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਇਸ ਕਾਫਲੇ ਵਿੱਚ ਕੁਝ ਇਛਾਮੇ ਦੇ ਮੋਰਚੇ ਵਿੱਚ, ਕੁਝ ਸ੍ਰੀਨਗਰ, ਕੁਝ ਵਾਪਸ ਆਪਣੇ ਪਿੰਡਾਂ ਨੂੰ ਆ ਗਏ। ਉਹ ਰਸਤੇ ਵਿੱਚ ਮੁਲਕੀ ਮੁਸਲਮਾਨਾਂ ਨੇ ਹੀ ਸ਼ਹੀਦ ਕਰ ਦਿੱਤੇ। ਇਹ ਸਾਰੇ ਸਿੱਖ ਭੁੱਖੇ, ਤਿਆਹੇ, ਜ਼ਖਮੀ ਅਤੇ ਪਰਿਵਾਰਾਂ ਤੋਂ ਵਿਛੜ ਕੇ ਬਚ ਕੇ ਆਏ ਸਨ। ਮੁਲਕੀ ਮੁਸਲਮਾਨਾਂ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਸੋਚੀ।
ਇੱਥੇ ਇੱਕ ਛੋਟਾ ਕਾਫਲਾ ਡਿੰਗੀ ਬੱਚਾ ਤੋਂ ਪੁੱਜਾ। ਉੱਥੇ ਦੇ ਪੀਰਾਂ ਨੇ ਸਿੱਖਾਂ ਨੂੰ ਬਚਾਉਣ ਖਾਤਰ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉੱਥੇ ਇੱਕ ਵੱਡਾ ਹਜੂਮ ਜਿਸ ਦੀ ਅਗਵਾਈ ਗੰਨੀ ਡਾਰ ਕਰ ਰਿਹਾ ਸੀ, ਉਸਨੇ ਸਿੱਖਾਂ ਤੇ ਹਮਲਾ ਕਰ ਦਿੱਤਾ। ਇੱਥੋਂ ਜੋ ਸਿੰਘ ਬੱਚੇ ਵੀ ਸਨ, ਉਹਨਾਂ ਨੂੰ ਕੁਹਾੜੀਆਂ ਤੇ ਹੋਰ ਹਥਿਆਰਾਂ ਨਾਲ ਸ਼ਹੀਦ ਕਰ ਦਿੱਤਾ। ਭਾਈ ਦਇਆ ਸਿੰਘ ਨੇ ਸਿੱਖਾਂ ਨੂੰ ਆਖਿਆ, ਖਾਲਸਾ ਜੀ, ਹੁਣ ਸ਼ਹੀਦੀਆਂ ਪਾਉਣ ਦਾ ਸਮਾਂ ਹੈ। ਤਿਆਰ ਹੋ ਜਾਵੋ ਤੇ ਵਾਹਿਗੁਰੂ ਦਾ ਜਾਪ ਕਰੋ, ਗੁਰਬਾਣੀ ਦੇ ਸ਼ਬਦ ਪੜੋ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪੁੱਜੋ। ਫਿਰ ਕੀ ਸੀ, ਜਿਨ੍ਹਾਂ ਸਿੰਘਾਂ ਕੋਲ ਕੋਈ ਹਥਿਆਰ ਨਹੀਂ ਵੀ ਸੀ, ਉਹ ਜੂਝ ਗਏ। ਬਹੁਤਿਆਂ ਨੇ ਦੁਸ਼ਮਣਾਂ ਨੂੰ ਵੀ ਕਤਲ ਕੀਤਾ ਅਤੇ ਆਪ ਸ਼ਹੀਦ ਹੋ ਗਏ। ਬਹੁਤ ਪਰਿਵਾਰਾਂ ਦੇ ਪਰਿਵਾਰ ਹੀ ਇੱਥੇ ਸ਼ਹੀਦੀ ਪਾ ਗਏ। ਜੋ ਸਿੱਖ ਹੋਰ ਪਿੰਡਾਂ ਵਿੱਚ ਗਏ, ਉਹਨਾਂ ਨੂੰ ਵੀ ਮੁਲਕੀ ਮੁਸਲਮਾਨਾਂ ਨੇ ਸ਼ਹੀਦ ਕਰ ਦਿੱਤਾ ਅਤੇ ਜਿਉਂਦੇ ਅੱਗਾਂ ਦੇ ਵਿੱਚ ਸਾੜ ਦਿੱਤਾ। ਮਕਾਨ ਆਦਿ ਤਾਂ ਪਹਿਲਾਂ ਹੀ ਲੁੱਟ-ਪੁੱਟ ਕੇ ਸਾੜ ਦਿੱਤੇ ਸਨ। ਇੰਜ ਇਸ ਸਾਰੇ ਕਾਫਲੇ ਵਿੱਚੋਂ 3500 ਸਿੱਖ ਬੀਬੀਆਂ ਅਤੇ ਬੱਚੇ ਅਤੇ ਸਿੰਘਾਂ ਨੇ ਸ਼ਹੀਦੀਆਂ ਪਾ ਦਿੱਤੀਆਂ। ਜੇਕਰ ਕੋਈ ਬਚ ਵੀ ਗਿਆ ਤਾਂ ਉਹ ਭਾਰਤੀ ਫੌਜ ਦੀ ਮਦਦ ਨਾਲ ਆਪਣੇ ਬਚੇ ਹੋਏ ਪਰਿਵਾਰਾਂ ਵਿੱਚ ਬਾਰਾਮੂਲਾ ਅਤੇ ਸ਼੍ਰੀਨਗਰ ਵਿੱਚ ਆ ਗਿਆ। ਇਸੇ ਤਰ੍ਹਾਂ ਅਨੇਕਾਂ ਹੀ ਸਿੰਘਾਂ ਨੇ ਆਪਣੀ ਸਿੱਖੀ ਸਦਕ ਨੂੰ ਨਿਭਾਉਣ ਦੀ ਖਾਤਰ ਜਾਨਾਂ ਕੁਰਬਾਨ ਕਰ ਦਿੱਤੀਆਂ। ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਕਸ਼ਮੀਰੀ ਸਿੰਘਾਂ ਦੀਆਂ ਲਾਸਾਨੀ ਸ਼ਹਾਦਤਾਂ ਇਤਿਹਾਸਕ ਨੁਕਤੇ ਨਿਗਾਹ ਤੋਂ ਤਵਾਰੀਖੀ ਸਥਾਨ ਪ੍ਰਾਪਤ ਕਰਦੀਆਂ ਹਨ।